दोस्तों, लॉकडाउन के कारण और कोरोना वायरस के कारण हालात काफ़ी गुंझलदार हो गए ने। होना ਤਾਂ ਇਹ ਚਾਹੀਦਾ ਸੀ ਕਿ ਇਹੋ ਜਿਹੇ ਹਾਲਾਤ ਦੇ ਵਿੱਚ ਸਰਕਾਰਾਂ ਜਾਂ ਪ੍ਰਬੰਧ ਆਮ ਲੋਕਾਂ ਦੇ ਨਾਲ ਖੜਦਾ, ਪਰ ਉਹ ਇਸ ਤੋਂ ਉਲਟ ਰਿਹਾ। ਅੱਜ ਸਮਾਜ ਦਾ ਹਰੇਕ ਵਰਗ ਇਸ ਸੰਕਟ ਦੇ ਵਿੱਚ ਹੋਰ ਗਹਿਰੇ ਸੰਕਟ ਦੇ ਵਿੱਚ ਹੇਠਾਂ ਤੋਂ ਹੇਠਾਂ ਧੱਸਦਾ ਜਾ ਰਿਹਾ ਹੈ। ਚਾਹੇ ਉਹ ਕਿਸਾਨ ਹੈ ਜਿਸ ਨੂੰ ਇਹ ਉਮੀਦ ਸੀ ਕਿ ਇਸ ਤਰ੍ਹਾਂ ਦੇ ਐਮਰਜੈਂਸੀ ਹਾਲਾਤ ਦੇ ਵਿੱਚ ਸਾਡੀ ਮਦਦ ਕੀਤੀ ਜਾਏਗੀ, ਉਲਟਾ ਉਸ ਦੇ ਉੱਤੇ ਅਜੀਬ ਕਿਸਮ ਦੇ ਆਰਡੀਨੈਂਸ ਜਿਹੜੇ ਹੈਗੇ ਨੇ ਉਹ ਥੋਪ ਦਿੱਤੇ ਗਏ ਨੇ, ਜਿਨ੍ਹਾਂ ਨਾਲ ਉਸ ਨੂੰ ਇਹ ਵੀ ਗਰੰਟੀ ਨਹੀਂ ਰਹੀ ਕਿ ਉਸ ਦੀ ਫਸਲ ਨੂੰ ਘੱਟੋ ਘੱਟ ਸਮਰਥਨ ਮੁੱਲ ਉੱਤੇ ਚੁੱਕਿਆ ਵੀ ਜਾਏਗਾ ਜਾਂ ਨਹੀਂ ਚੁੱਕਿਆ ਜਾਏਗਾ। ਜੋ ਮਜ਼ਦੂਰ ਸੜਕਾਂ ਉੱਤੇ ਆ ਉਤਰਿਆ ਸੀ, ਜੋ ਬੇਘਰਾ ਹੋ ਗਿਆ ਸੀ, ਜਿਸ ਦੀ ਤਰਸਨਾਕ ਹਾਲਤ ਅਸੀਂ ਸਾਰਿਆਂ ਨੇ ਦੇਖੀ ਹੈ, ਉਸ ਨਾਲ ਵੀ ਧੱਕਾ ਹੋ ਰਿਹਾ ਹੈ। ਉਸ ਦਾ ਸੰਘਰਸ਼ ਕਰਨ ਦਾ ਹੱਕ ਉਸ ਤੋਂ ਖੋਇਆ ਜਾ ਰਿਹਾ ਅਤੇ ਉਸ ਦੀ ਦਿਹਾੜੀ 8 ਘੰਟੇ ਤੋਂ 12 ਘੰਟੇ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹੈ। ਜੋ ਵਿਦਿਆਰਥੀ ਹੈ ਉਸ ਨਾਲ ਕਿਸੇ ਤਰ੍ਹਾਂ ਦੀ ਕੋਈ ਰਿਆਇਤ ਨਹੀਂ ਕੀਤੀ ਜਾ ਰਹੀ। ਵਿਦਿਆਰਥੀ ਵੀ ਪਿਸ ਰਿਹਾ ਹੈ, ਉਸ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ, ਮੁਲਾਜ਼ਮ ਦਾ ਨੁਕਸਾਨ ਹੋ ਰਿਹਾ ਹੈ। ਜੋ ਕਲਾਕਾਰ ਨੇ, ਚਾਹੇ ਉਹ ਰੰਗਕਰਮੀ ਨੇ, ਚਾਹੇ ਕਿਸੇ ਤਰੀਕੇ ਦੇ ਹੋਰ ਕਲਾਕਾਰ ਨੇ, ਉਹ ਵੀ ਸਾਰੇ ਇਸ ਸੰਕਟ ਦੇ ਵਿੱਚ ਬੜਾ ਆਪਣੇ ਆਪ ਨੂੰ ਸੰਕਟ ਦੇ ਵਿੱਚ ਘਿਰੇ ਹੋਏ ਮਹਿਸੂਸ ਕਰਦੇ ਨੇ। ਔਰ ਸਮਾਜ ਦਾ ਜਿਹੜਾ ਦੱਬਿਆ ਕੁਚਲਿਆ ਵਰਗ ਹੈ ਸਾਰਾ, ਉਹ ਆਪਣੇ ਆਪ ਨੂੰ ਪੀੜਤ ਮਹਿਸੂਸ ਕਰ ਰਿਹਾ। ਅਤੇ ਇਹੋ ਜਿਹੇ ਮੌਕੇ ਜੋ ਬੁੱਧੀਜੀਵੀ ਵਰਗ ਹੈ, ਜੋ ਸਮਾਜ ਦਾ ਚੇਤਨ ਵਰਗ ਹੈ, ਉਸ ਨੂੰ ਤਰ੍ਹਾਂ ਤਰ੍ਹਾਂ ਦੀਆਂ ਯਾਤਨਾਵਾਂ ਦਿੱਤੀਆਂ ਜਾ ਰਹੀਆਂ, ਉਸ ਦੇ ਬੋਲਣ ਉੱਤੇ ਪਾਬੰਦੀਆਂ ਲੱਗ ਰਹੀਆਂ, ਉਸ ਦੀ ਆਵਾਜ਼ ਬੁਲੰਦ ਕਰਨ ਦਾ ਜੋ ਹੱਕ ਹੈ ਉਸ ਕੋਲ, ਉਸ ਨੂੰ ਵੀ ਦਬਾਇਆ ਜਾ ਰਿਹਾ ਹੈ। ਜਗ੍ਹਾ ਜਗ੍ਹਾ ਕਾਨੂੰਨ ਦਾ ਸ਼ਿਕੰਜਾ ਕੱਸਿਆ ਜਾ ਰਿਹਾ ਖਾਮਖਾਂ, ਔਰ ਇਸ ਤਰ੍ਹਾਂ ਗਰਦਾਨਿਆ ਜਾ ਰਿਹਾ ਹੈ ਕਿ ਜੋ ਵੀ ਕੁਝ ਸੱਚ ਬੋਲ ਰਿਹਾ ਜਾਂ ਹੱਕ ਦੀ ਆਵਾਜ਼ ਉਠਾ ਰਿਹਾ ਹੈ ਉਹ ਦੇਸ਼ ਵਿਰੋਧੀ ਹੈ, ਉਹ ਦੇਸ਼ ਦੇ ਖਿਲਾਫ ਹੈ। ਸੋ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਵਾਜ਼ ਬੁਲੰਦ ਕਰੀਏ, ਅਸੀਂ ਉੱਠੀਏ। ਜਿਵੇਂ ਬ੍ਰੈਖਤ ਕਹਿੰਦਾ ਕਿ ਜ਼ੁਲਮ ਤੋਂ ਕੇ ਦੌਰ ਮੇਂ क्या गीत गाए जाएंगे, फिर जवाब दिंदा है कि हाँ, जुल्म तो के दौर के ही गीत गाए जाएंगे। सो अज जेकर असी ना उठे, जे असी अज आवाज़ ना बुलंद की तो आने वाला समा साडे लई होर भी खतरनाक हो सकता है। सो इस करके ये मुहिम तुहाडे सामने आ रही है। इफ़ वी डू नॉट राइज, अगर असी उठे ना तो तुसी सोच सकते हो कि की होएगा। सो 5 सितंबर नूं पूरे मुल्क ਦੇ ਵਿੱਚ ਜਗ੍ਹਾ ਜਗ੍ਹਾ ਦੇ ਉੱਤੇ ਆਪਣੀ ਆਪਣੀ ਜਗ੍ਹਾ ਦੇ ਉੱਤੇ ਬੈਠ ਕੇ ਫਿਲਮਾਂ ਰਾਹੀਂ, ਕਵਿਤਾ ਰਾਹੀਂ, ਗੀਤ ਰਾਹੀਂ ਜਾਂ ਹੋਰ ਗੱਲਾਂ ਬਾਤਾਂ ਰਾਹੀਂ, ਸਲੋਗਨਸ ਰਾਹੀਂ ਜਾਂ ਪੇਂਟਿੰਗਸ ਰਾਹੀਂ ਇਹ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਜਾਏਗਾ। ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਇਸ ਵਿਰੋਧ ਦੇ ਵਿੱਚ, ਇਸ ਪ੍ਰਦਰਸ਼ਨ ਦੇ ਵਿੱਚ ਹਿੱਸੇਦਾਰ ਬਣੋ, ਤਾਂ ਕਿ ਕੱਲ੍ਹ ਭਵਿੱਖ ਦੇ ਵਿੱਚ ਜਦੋਂ ਇਹ ਲਿਖਿਆ ਜਾਵੇ ਕਿ ਜਦੋਂ ਜੰਗਲ ਦੇ ਵਿੱਚ ਅੱਗ ਲੱਗੀ ਹੋਈ ਸੀ ਤਾਂ ਕੌਣ ਸੀ ਜੋ ਉਸ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਸਾਡਾ ਸਾਰਿਆਂ ਦਾ ਨਾਮ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਦਰਜ ਹੋਵੇ, ਨਾ ਕਿ ਸੜਦੇ ਹੋਏ ਜੰਗਲ ਨੂੰ ਦੇਖ ਕੇ ਚੁੱਪਚਾਪ ਬਰਦਾਸ਼ਤ ਕਰਨ ਵਾਲਿਆਂ ਵਿੱਚ। ਸੋ ਯਾਦ ਰਹੇ, 5 ਸਤੰਬਰ ਨੂੰ ਜੇਕਰ ਅਸੀਂ ਉੱਠੇ ਨਾ ਤਾਂ। ਮੈਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜਨਰਲ ਸਕੱਤਰ ਪਰਮਜੀਤ ਕੌਰ। ਅਸੀਂ 5-6 ਸਾਲਾਂ ਤੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਬਣਾ ਕੇ ਜੋ ਦਲਿਤਾਂ ਦੀ ਰਾਖਵੇਂ ਕੋਟੇ ਦੀ ਜ਼ਮੀਨ ਆ, ਤੀਜੇ ਹਿੱਸੇ ਦੀ, ਜ਼ਿੰਦਗੀ ਸੰਵਿਧਾਨ ਕਹਿੰਦਾ ਕਿ ਇਹ ਤੀਜੇ ਹਿੱਸੇ ਦੀ ਜ਼ਮੀਨ ਸਿਰਫ ਦਲਿਤ ਲੋਕ ਠੇਕੇ 'ਤੇ ਲੈ ਸਕਦੇ ਆ, ਪਰ ਪਿਛਲੇ ਲੰਬੇ ਸਮੇਂ ਤੋਂ ਸਾਡੇ ਦਲਿਤਾਂ ਨੂੰ ਇਹ ਜ਼ਮੀਨ ਜਿਹੜੀ ਕਿਸੇ ਰੂਪ ਦੇ ਵਿੱਚ ਪਿੰਡ ਦੇ ਜਿਹੜੇ ਧਨਾੜ ਨੇ ਜਾਂ ਸਰਕਾਰ ਆ ਉਹਨਾਂ ਵੱਲੋਂ ਸਾਡੇ ਲੋਕਾਂ ਨੂੰ ਨਹੀਂ ਦਿੱਤੀ ਜਾ ਰਹੀ ਸੀ। ਜਦੋਂ ਕਿ ਉਸ ਜ਼ਮੀਨ ਉੱਤੇ ਉਹਨਾਂ ਧਨਾਡਾਂ ਦਾ ਕਬਜ਼ਾ ਅਤੇ ਉਹ ਦਲਿਤਾਂ ਨੂੰ ਜ਼ਮੀਨ ਵਿਹੂਣੇ ਰੱਖ ਕੇ ਉਸ ਜ਼ਮੀਨ 'ਤੇ ਆਪ ਜਿਹੜਾ ਠੇਕੇ 'ਤੇ ਖੇਤੀ ਕਰਦੇ ਆ। ਤਾਂ ਜਦੋਂ ਅਸੀਂ 2014 ਦੇ ਵਿੱਚ ਇਹ ਗੱਲ ਲੈ ਕੇ ਆਉਂਦੀ ਕਿ ਇਹ ਜ਼ਮੀਨ ਸਾਡੇ ਦਲਿਤ ਲੋਕਾਂ ਦੀ ਆ, ਜਿਹਦੇ ਵਿੱਚ ਘੱਟੋ ਘੱਟ ਜਿਹੜੀਆਂ ਸਾਡੀਆਂ ਦਲਿਤ ਔਰਤਾਂ ਨੇਗੀਆਂ ਉਹ ਬਗਾਨੇ ਖੇਤਾਂ ਦੇ ਵਿੱਚ ਇੱਕ ਹਰੇ ਦੀ ਪੰਡ ਦੇ ਲਈ ਕਿਸੇ ਦੀਆਂ ਗਾਲਾਂ ਸੁਣਦੀਆਂ ਨੇ ਜਾਂ ਉਹਨਾਂ ਨਾਲ ਬਦਸਲੂਕੀ ਹੁੰਦੀ ਆ, ਇੱਥੋਂ ਤੱਕ ਕਿ ਇੱਕ ਹਰੇ ਦੀ ਪੰਡ ਬਦਲੇ ਉਹਨਾਂ ਦੇ ਇੱਜ਼ਤ ਤੱਕ ਦਾ ਸੌਦਾ ਜਿਹੜਾ ਕੀਤਾ ਜਾਂਦਾ, ਉਹ ਜਿਹੜਾ ਇੱਕ ਰਿਵਾਜ ਪਿੰਡਾਂ ਦੇ ਵਿੱਚ ਆਮ ਸੀ ਕਿ ਦਲਿਤਾਂ ਨੂੰ ਖੇਤੀ ਦਾ ਹੱਕ ਨਹੀਂ ਹੈ, ਇਹ ਜ਼ਮੀਨ ਦਲਿਤਾਂ ਦੀ ਨਹੀਂ ਹੈ, ਜਦੋਂ ਕਿ ਸੰਵਿਧਾਨ ਕਹਿੰਦਾ ਕਿ ਉਹ ਜ਼ਮੀਨ ਸਿਰਫ ਦਲਿਤਾਂ ਦੀ ਆ।
पर ਜਦੋਂ ਅਸੀਂ ਇਹ ਗੱਲ ਪਿੰਡਾਂ 'ਚ ਲੈ ਕੇ ਗਏ ਤਾਂ ਅਸੀਂ ਇਹ ਦੇਖਿਆ ਕਿ ਸਾਡੇ ਲੋਕ ਸਿਰਫ ਹਰੇ ਦੀ ਪੰਡ ਬਦਲੇ ਆ ਜਿਹੜਾ ਪਿੰਡ ਦੇ ਧਨਾਡਾਂ ਦੀ ਗੁਲਾਮੀ ਸਹਿੰਦੇ ਆ। ਤਾਂ ਅਸੀਂ ਇਸ ਘੋਲ ਨੂੰ ਲੜਿਆ। ਪਿੰਡ ਬਾਲਦ ਕਲਾਂ, ਜਲੂਰ, ਝਨੇੜੀ ਵਰਗੇ ਪਿੰਡ ਜਾਂ ਘਰਾਚੋ ਦੇ ਵਿੱਚ ਇਸ ਟਾਈਮ ਵੀ ਸਾਡਾ ਜਿਹੜਾ ਉਹ ਸੰਘਰਸ਼ ਚੱਲ ਰਿਹਾ। ਉਸ ਸੰਘਰਸ਼ ਦੇ ਦੌਰਾਨ ਬਹੁਤ ਸਾਰੇ ਦਲਿਤ ਔਰਤਾਂ 'ਤੇ ਪਰਚੇ ਪਏ, ਆਗੂਆਂ 'ਤੇ ਅੱਜ ਵੀ 27 30 ਪਰਚੇ ਆ ਜਿਹੜੇ ਉਹਨਾਂ 'ਤੇ ਪਏ ਹੋਏ ਆ ਕਿ ਅਸੀਂ ਲੋਕਾਂ ਨੂੰ ਜਿਹੜੀ ਗੱਲ ਦੱਸੀ ਆ ਕਿ ਇਹ ਜ਼ਮੀਨ ਉਹਨਾਂ ਦੀ ਆ ਅਤੇ ਉਹਨਾਂ ਨੂੰ ਆਪਣੀ ਜ਼ਮੀਨ ਦੀ ਰਾਖੀ ਕਰਨੀ ਚਾਹੀਦੀ ਆ। ਤਾਂ ਉਹ ਚੀਜ਼ ਨੂੰ ਲੈ ਕੇ ਲਗਾਤਾਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇਸ ਘੋਲ ਨੂੰ ਜਿਹੜਾ ਲੜ ਰਹੀ ਆ। ਸਾਡੀ ਇਹ ਮੰਗ ਆ ਕਿ ਜੋ ਬੇਜ਼ਮੀਨੀ, ਚਾਹੇ ਛੋਟੀ ਕਿਸਾਨੀ ਆ, ਚਾਹੇ ਉਹ ਦਲਿਤ ਨੇ, ਇੱਕ ਪਾਸੇ ਤਾਂ ਜਦੋਂ ਇੰਨੀ ਮਤਲਬ ਹਜ਼ਾਰਾਂ ਏਕੜਾਂ ਦੀ ਜ਼ਮੀਨ ਉੱਤੇ ਇੱਥੋਂ ਦੇ ਧਨਾੜ ਲੋਕ ਕਾਬਜ਼ ਨੇ, ਤਾਂ ਜਿਹੜੇ ਇਹ ਲੋਕ ਨੇ ਇਹਨਾਂ ਦਾ ਵੀ ਇਸ ਜ਼ਮੀਨ ਦੇ ਵਿੱਚ ਹਿੱਸਾ ਹੋਣਾ ਚਾਹੀਦਾ, ਉਹਨਾਂ ਦੀ ਵੀ ਇਸ ਜ਼ਮੀਨ 'ਤੇ ਮਾਲਕੀ ਹੋਣੀ ਚਾਹੀਦੀ ਆ। ਇਸ ਚੀਜ਼ ਨੂੰ ਲੈ ਕੇ ਜਿਹੜਾ ਜ਼ਮੀਨ ਦੀ ਕਾਣੀ ਵੰਡ ਨੂੰ ਖਤਮ ਕਰਨ ਲਈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਇਹ ਘੋਲ ਹੈ ਜਿਹੜਾ ਉਹ ਚੱਲ ਰਿਹਾ। ਇਸ ਸਮੇਂ ਅਸੀਂ ਸੰਗਰੂਰ ਜ਼ਿਲ੍ਹਾ, ਬਰਨਾਲਾ ਜ਼ਿਲ੍ਹਾ, ਪਟਿਆਲਾ ਜ਼ਿਲ੍ਹਾ ਅਤੇ ਨਾਭੇ ਦੇ ਬਹੁਤ ਸਾਰੇ ਪਿੰਡ ਜਾਂ ਸਮਾਣੇ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਬਹੁਤ ਸਾਰੇ ਪਿੰਡ ਨੇ ਜਿਹੜੇ ਅੱਜ ਆਪਣਾ ਹਰਾ ਚਰਾ ਆਪਣੇ ਪੰਚਾਇਤੀ ਜ਼ਮੀਨ ਨੂੰ ਠੇਕੇ 'ਤੇ ਲੈ ਕੇ ਉਹਦੇ ਵਿੱਚ ਕਰਨ ਲੱਗੇ ਆ। ਪਰ ਸਾਡੀ ਇਹ ਲੜਾਈ ਆ ਕਿ ਅਸੀਂ ਇਸ ਲੜਾਈ ਨੂੰ ਹੋਰ ਅੱਗੇ ਵਧਾਈਏ ਅਤੇ ਉਸ ਲਈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਿਹੜਾ ਲਗਾਤਾਰ ਘੋਲਾਂ ਦੇ ਮੈਦਾਨ ਦੇ ਵਿੱਚ ਉਤਰੀ ਹੋਈ ਆ। ਅਤੇ ਇਹੀ ਸਾਡਾ ਇੱਕ ਉਦੇਸ਼ ਹੈ ਕਿ ਅਸੀਂ ਜ਼ਮੀਨ ਦੀ ਕਾਣੀ ਵੰਡ ਨੂੰ ਖਤਮ ਕਰਕੇ ਜੋ ਬੇਜ਼ਮੀਨੇ ਆ, ਜੋ ਛੋਟੀ ਕਿਸਾਨੀ ਆ, ਉਹਨੂੰ ਇਹ ਜ਼ਮੀਨ ਦਵਾ ਸਕਦੇ ਹੋਈਏ। ਧੰਨਵਾਦ। ਮੇਰਾ ਨਾਮ ਡਾਕਟਰ ਸਤਿਨ ਸ਼ਰਮਾ ਹੈ ਤੇ ਮੈਂ ਇੱਕ ਮਨੋਰੋਗ ਚਿਕਿਤਸਕ ਹੈਗਾ। ਅੱਜ ਮੈਂ ਆਵਾਜ਼ ਚੁੱਕ ਰਿਹਾ ਆਪਣੇ ਮਰੀਜ਼ਾਂ ਦੇ ਹੱਕਾਂ ਲਈ, ਖਾਸ ਤੌਰ ਤੇ ਉਹਨਾਂ ਮਰੀਜ਼ਾਂ ਲਈ ਜਿਹੜੇ ਨਸ਼ੇ ਦੀ ਬਿਮਾਰੀ ਨਾਲ ਜੂਝ ਰਹੇ ਹਨ। ਮੈਂ ਇਹਨਾਂ ਮਰੀਜ਼ਾਂ ਦੇ ਲਈ ਸਮਾਨਤਾ ਦੇ ਅਧਿਕਾਰ ਦੇ ਲਈ ਆਪਣੀ ਆਵਾਜ਼ ਚੁੱਕ ਰਿਹਾ। ਮੈਂ ਇਹਨਾਂ ਮਰੀਜ਼ਾਂ ਦੇ ਇਸ ਹੱਕ ਲਈ ਆਵਾਜ਼ ਚੁੱਕ ਰਿਹਾ ਕਿ ਇਹ ਇੱਜ਼ਤ ਨਾਲ ਆਪਣਾ ਇਲਾਜ ਕਰਾ ਸਕਣ। ਇਹਨਾਂ ਮਰੀਜ਼ਾਂ ਦੀ ਸੋਸ਼ੀਓ ਆਕਿਊਪੇਸ਼ਨਲ ਰੀਹੈਬਿਲਿਟੇਸ਼ਨ ਲਈ ਅੱਜ ਮੈਂ ਆਪਣੀ ਆਵਾਜ਼ ਚੱਕ ਰਿਹਾ। ਮੇਰੇ ਮਰੀਜ਼ਾਂ ਦੀ ਰਾਈਟ ਟੂ ਕੌਨਫੀਡੈਂਸ਼ੀਅਲਿਟੀ ਇਹਨਾਂ ਨੂੰ ਦਿੱਤੀ ਜਾਵੇ ਤੇ ਇਹ ਆਪਣੀ ਇੱਜ਼ਤ ਦੇ ਨਾਲ ਆਪਣਾ ਇਲਾਜ ਕਰਾ ਸਕਣ। ਜੇਕਰ ਅਸੀਂ ਉੱਠੇ ਨਹੀਂ ਤਾਂ ਕੱਲ ਸ਼ਾਇਦ ਬਹੁਤ ਦੇਰ ਹੋ ਜਾਏਗੀ। ਅੱਜ ਦਾ ਹੀ ਸਮਾਂ ਹੈ ਜਦੋਂ ਕਿ ਸਾਨੂੰ ਸਭ ਨੂੰ ਮੈਂਟਲ ਹੈਲਥ ਤੇ ਉਹਦੀ ਐਕਸੈਸ ਬਾਰੇ ਆਪਣੀ ਆਵਾਜ਼ ਚੱਕਣ ਦੀ ਜ਼ਰੂਰਤ ਹੈ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਸੀਮਰਪ੍ਰੀਤ ਕੌਰ NGO ਮਿਸ਼ਨਦੀਪ ਤੋਂ ਤੁਹਾਡੇ ਨਾਲ ਇੱਕ ਮੈਸੇਜ ਸਾਂਝਾ ਕਰਨ ਜਾ ਰਹੀ ਹਾਂ। ਮੈਨੂੰ ਮਾਣ ਹੈ ਇਸ ਗੱਲ ਤੇ ਕਿ ਪੰਜਾਬ ਦੇ ਲਈ ਜਿਹੜੀ ਲਹਿਰ ਉੱਠੀ ਹੈ, ਉਸ ਲਹਿਰ ਵਿੱਚ ਮੈਂ ਔਰ ਮੇਰੀ ਸਮੇਤ ਮੇਰੀ NGO ਦੀ ਜਿਹੜੀ ਬੱਚੀਆਂ ਇਸ ਮੁਹਿੰਮ ਦੇ ਵਿੱਚ ਸ਼ਾਮਿਲ ਹਾਂ। ਪੰਜਾਬ ਸਾਡੀ ਰੂਹ ਦਾ ਹੈ ਰੁਆਬ, ਇੱਕ ਸੋਹਣਾ ਜਿਹਾ ਖੁਆਬ, ਤੇ ਇਸ ਖੁਆਬ ਨੂੰ ਅਸੀਂ ਭੁੱਲ ਨਹੀਂ ਸਕਦੇ। ਇਹਦੀ ਸਾਨੂੰ ਕੋਸ਼ਿਸ਼ ਕਰਨੀ ਹੈ ਕਿ ਇਹਦੇ ਵਿੱਚ ਦਾਜ ਵਰਗੀਆਂ ਲਾਹਨਤਾਂ, ਕੁੜੀਆਂ ਨੂੰ ਨਾ ਪੜਾਉਣ ਵਰਗੀਆਂ ਕਮਜ਼ੋਰੀਆਂ, ਇਹ ਸਾਰੀਆਂ ਜੜੋਂ ਖੇੜ ਦਿੱਤੀਆਂ ਜਾਣ। ਇਸ ਪ੍ਰਾਂਤ ਦੀ ਹਰ ਧੀ ਜਿਹੜੀ ਹੈ ਉਹ ਪੜ੍ਹੀ ਲਿਖੀ ਹੋਏ ਔਰ ਉਹਦੀ ਆਵਾਜ਼ ਬੁਲੰਦ ਹੋਏ, ਔਰ ਇਹ ਜ਼ਰੂਰੀ ਹੈ ਕਿ ਜਿਹਦੇ ਨਾਲ ਸਾਡਾ ਪੰਜਾਬ ਉੱਠੇਗਾ ਵੀ ਔਰ ਉਹ ਰਾਜ ਵੀ ਕਰੇਗਾ ਦੁਨੀਆ ਵਿੱਚ। ਸੋ ਮੈਂ ਸਿਰਫ ਇਹ ਕਹਿਣਾ ਚਾਹਨੀ ਹੈ ਕਿ ਜੇ ਅਸੀਂ ਆਪਣੀ ਬੇਟੀਆਂ ਨੂੰ ਇੱਕ ਪ੍ਰੋਪਰ ਥਾਂ ਦਿੰਨੇ ਆ, ਆਪਣੀ ਬੇਟੀਆਂ ਨੂੰ ਇੱਕ ਪੂਰੀ ਬਾਕਾਇਦਾ ਚੰਗੀ ਜਗ੍ਹਾ ਦੇ ਕੇ ਉਹਨਾਂ ਨੂੰ ਪੜ੍ਹਾਈਏ, ਲਿਖਾਈਏ, ਇਸ ਕਾਬਿਲ ਬਣਾਈਏ ਕਿ ਉਹ ਉੱਠ ਸਕਣ। ਜਦੋਂ ਉਹ ਉੱਠਣਗੀਆਂ ਤੇ ਇਸ ਧਰਤੀ ਨੂੰ ਉੱਠਣ ਤੋਂ ਕੋਈ ਨਹੀਂ ਰੋਕ ਸਕਦਾ। ਸੋ ਜਦੋਂ ਇੱਥੋਂ ਦੀ ਧੀਆਂ ਭੈਣਾਂ ਪੜ੍ਹੀਆਂ ਲਿਖੀਆਂ ਹੋਣਗੀਆਂ ਤੇ ਦਾਜ ਵਰਗੀ ਕੁਰੀਤੀਆਂ ਨਾਲ ਲੜਨ ਯੋਗ ਹੋਣਗੀਆਂ, ਤਦ ਪੰਜਾਬ ਉੱਠੇਗਾ। ਥੈਂਕ ਯੂ ਸੋ ਮਚ। ਜੇ ਅਸੀਂ ਹੁਣ ਵੀ ਖੜੇ ਨਹੀਂ ਹੋਏ ਤਾਂ ਮੈਂ ਇਸ ਦੇ ਅੰਦਰ ਔਰਤਾਂ ਦੀ ਸਿਹਤ ਬਾਰੇ ਗੱਲ ਕਰਨਾ ਚਾਹੁੰਦੀ ਹਾਂ। ਪੰਜਾਬ ਜਵਾਨੀ ਵਿੱਚ ਆਪਣੀ ਜ਼ਿੰਦਗੀ ਗਵਾ ਬੈਠਦੀਆਂ ਹਨ, ਉਹ ਵੀ ਉਦੋਂ ਜਦੋਂ ਉਹ ਬੱਚਿਆਂ ਨੂੰ ਜਨਮ ਦੇ ਰਹੀਆਂ ਹੁੰਦੀਆਂ ਹਨ। ਜਲਦੀ ਉਮਰ, ਜਲਦੀ ਜਨੇਪਾ ਤੇ ਫਿਰ ਖੂਨ ਦੀ ਕਮੀ, ਤਿੰਨੋਂ ਚੀਜ਼ਾਂ ਮਿਲ ਕੇ ਉਹਨਾਂ ਨੂੰ ਉਦੋਂ ਮੌਤ ਵੱਲ ਧਕੇਲਦੀਆਂ ਹਨ ਜਦੋਂ ਇੱਕ ਨਵੀਂ ਜਾਨ ਨੂੰ ਜਨਮ ਦੇ ਰਹੀਆਂ ਹੁੰਦੀਆਂ ਹਨ। ਪੰਜਾਬ ਵਿੱਚ 50% ਤੋਂ ਵੀ ਜ਼ਿਆਦਾ ਔਰਤਾਂ ਸਾਰੀ ਉਮਰ ਖੂਨ ਦੀ ਕਮੀ ਨਾਲ ਹੀ ਜਿੰਦੀਆਂ ਹਨ ਤੇ ਉਹਦੇ ਨਾਲ ਹੀ ਸ਼ਾਇਦ ਮਰ ਵੀ ਜਾਂਦੀਆਂ ਹਨ।
ਇਸ ਤੋਂ ਇਲਾਵਾ ਬੜੀ ਵਾਰ ਦੇਖਿਆ ਗਿਆ ਹੈ ਕਿ ਔਰਤਾਂ ਹਸਪਤਾਲ ਪਹੁੰਚਣ ਤੋਂ ਪਹਿਲੇ ਹੀ ਮਰ ਜਾਂਦੀਆਂ ਹਨ। ਇੱਕ ਤੋਂ ਦੂਜੇ ਹਸਪਤਾਲ 'ਚ ਜਾਂਦੇ ਹੋਏ, ਕਿਉਂਕਿ ਜਿਹੜਾ ਘਰ ਦੇ ਨੇੜੇ ਹਸਪਤਾਲ ਹੈ ਉੱਥੇ ਉਹ ਸੇਵਾਵਾਂ ਹੀ ਮੌਜੂਦ ਨਹੀਂ ਹਨ, ਉਹ ਮਿਲਦੀਆਂ ਹੀ ਨਹੀਂ ਹਨ। ਇਸ ਲਈ ਇੱਕ ਤੋਂ ਦੂਜੇ ਤੋਂ ਤੀਜੇ ਤੇ ਜਾਂਦੇ ਜਾਂਦੇ ਰਸਤੇ ਵਿੱਚ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ, ਤੇ ਕਦੀ ਕਦੀ ਤਾਂ ਹਸਪਤਾਲ ਦੇ ਨੇੜੇ ਪਹੁੰਚ ਕੇ ਜਾਂ ਹਸਪਤਾਲ ਦੇ ਦਰਵਾਜ਼ੇ ਤੇ ਵੀ ਹੋ ਜਾਂਦੀ ਹੈ। ਇਹ ਬੜੀ ਅਜੀਬ ਗੱਲ ਲੱਗਦੀ ਹੈ, ਪਰ ਇਹ ਨਜ਼ਰ ਆਉਂਦਾ ਹੈ। ਮੇਰੇ ਖਿਆਲ 'ਚ ਕੋਰੋਨਾ ਦੇ ਸਮੇਂ ਵਿੱਚ ਇਹ ਹੋਰ ਵੀ ਵੱਧ ਗਿਆ ਹੋਣਾ ਹੈ, ਕਿਉਂਕਿ ਹੁਣ ਤਾਂ ਟੈਸਟ ਵੀ ਜ਼ਰੂਰੀ ਹੈ। ਸੋ ਟੈਸਟ ਤੇ ਅੱਗੇ ਜਾਣ ਦਾ ਲੰਬਾ ਰਸਤਾ, ਹਸਪਤਾਲ ਤੱਕ ਪਹੁੰਚਣ ਦਾ ਲੰਬਾ ਰਸਤਾ, ਇਹ ਸਭ ਗੱਲਾਂ ਉਹਨਾਂ ਨੂੰ ਮੌਤ ਵੱਲ ਧਕੇਲਦੀਆਂ ਰਹਿੰਦੀਆਂ ਹਨ ਕਿ ਅਸੀਂ ਕੁਝ ਨਹੀਂ ਕਰ ਸਕਦੇ। ਸ਼ਾਇਦ ਕਰ ਸਕਦੇ ਹਾਂ ਜੇ ਅਸੀਂ ਖੜੇ ਹੋ ਜਾਈਏ ਔਰਤਾਂ ਦੀਆਂ ਹੱਕਾਂ ਲਈ। ਤੇ ਸਰਕਾਰ ਨੂੰ ਵੀ ਆਪਣੀਆਂ ਨੀਤੀਆਂ ਬਦਲਣ ਦੀ ਲੋੜ ਹੈ, ਭਾਵੇਂ ਸਮਾਜਿਕ ਹੋਣ, ਰਾਜਨੀਤਿਕ ਹੋਣ ਜਾਂ ਆਰਥਿਕ ਹੋਣ। ਜੇ ਅਸੀਂ ਹੁਣ ਵੀ ਕੁਝ ਨਹੀਂ ਕੀਤਾ ਤਾਂ ਸ਼ਾਇਦ ਆਉਣ ਵਾਲੀਆਂ ਨਸਲਾਂ ਸਾਨੂੰ ਕਦੀ ਮਾਫ ਨਹੀਂ ਕਰਨਗੀਆਂ ਤੇ ਔਰਤਾਂ ਬੇਵਜ੍ਹਾ ਮਰਦੀਆਂ ਰਹਿਣਗੀਆਂ। ਧੰਨਵਾਦ। ਮੈਂ ਰਜਿੰਦਰਪਾਲ ਕੌਰ, ਪੰਜਾਬ ਇਸਤਰੀ ਸਭਾ ਦੀ ਸਟੇਟ ਜਨਰਲ ਸੈਕਟਰੀ ਅੰਮ੍ਰਿਤਸਰ ਤੋਂ। ਸਾਡੀ ਪੰਜਾਬ ਇਸਤਰੀ ਸਭਾ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੂਮਨ ਨਾਲ ਜੁੜੀ ਹੋਈ ਹੈ। ਅਸੀਂ ਲੋਕ ਮੁੱਦਿਆਂ ਨੂੰ ਲੈ ਕੇ ਲਗਾਤਾਰ ਮੈਦਾਨ ਵਿੱਚ ਰਹਿੰਦੇ ਹਾਂ। ਔਰਤਾਂ ਉੱਤੇ ਹੋਣ ਵਾਲੇ ਜ਼ੁਲਮ, ਫਿਰ ਲੋਕਾਂ ਦਾ ਖੁਸਰਿਆ ਰੁਜ਼ਗਾਰ, ਵੱਧ ਰਹੀਆਂ ਕੀਮਤਾਂ, ਵੱਧ ਰਿਹਾ ਬਿਜਲੀ ਦੇ ਬਿੱਲ, ਪੰਜਾਬ ਵਿੱਚ ਡਰੱਗ ਮਾਫੀਆ ਅਤੇ ਹੋਰ ਬਹੁਤ ਸਾਰੇ ਇਸ਼ੂ ਨੇ। ਮਾਈਕਰੋ ਫਾਈਨਾਂਸ ਕੰਪਨੀਜ਼ ਲੋਕਾਂ ਦੀ ਲੁੱਟ ਕਰ ਰਹੀਆਂ ਨੇ। ਇਹਨਾਂ ਸਾਰਿਆਂ ਮੁੱਦਿਆਂ 'ਤੇ ਸਾਡਾ ਲੜਨਾ ਬਣਦਾ ਹੈ। ਅਗਲੇ 6 ਮਹੀਨੇ ਤੱਕ 7500 ਰੁਪਇਆ ਹਰ ਇੱਕ ਮਜ਼ਦੂਰ ਦੇ ਖਾਤੇ 'ਚ ਪਾਓ, ਖਾਤੇ 'ਚ ਪਾਓ, ਖਾਤੇ 'ਚ ਪਾਓ। 7500 ਰੁਪਇਆ ਹਰ ਮਜ਼ਦੂਰ ਦੇ ਖਾਤੇ 'ਚ ਪਾਓ, ਖਾਤੇ 'ਚ ਪਾਓ, ਖਾਤੇ 'ਚ ਪਾਓ। ਸਗਨ ਸਕੀਮ 51000 ਲਾਗੂ ਕਰੋ, ਲਾਗੂ ਕਰੋ, ਲਾਗੂ ਕਰੋ। ਸਗਨ ਸਕੀਮ 51000 ਲਾਗੂ ਕਰੋ, ਲਾਗੂ ਕਰੋ, ਲਾਗੂ ਕਰੋ। ਮਨਰੇਗਾ ਸਕੀਮ ਸ਼ਹਿਰਾਂ ਵਿੱਚ ਵੀ ਲਾਗੂ ਕਰੋ, ਲਾਗੂ ਕਰੋ, ਲਾਗੂ ਕਰੋ। ਮਨਰੇਗਾ ਸਕੀਮ ਸ਼ਹਿਰਾਂ ਵਿੱਚ ਵੀ ਲਾਗੂ ਕਰੋ, ਲਾਗੂ ਕਰੋ, ਲਾਗੂ ਕਰੋ। ਪਿੰਡਾਂ ਦੇ ਸ਼ਹਿਰੀ ਖੇਤਰਾਂ ਵਿੱਚ ਔਰਤਾਂ ਨੂੰ ਰੁਜ਼ਗਾਰ ਦਿਓ, ਰੁਜ਼ਗਾਰ ਦਿਓ, ਰੁਜ਼ਗਾਰ ਦਿਓ। ਪੀਲੇ ਤੇ ਨੀਲੇ ਕਾਰਡ ਬੰਦ ਕਰਕੇ ਇੱਕ ਤਰ੍ਹਾਂ ਦਾ ਕਾਰਡ ਰਾਸ਼ਨ ਦਾ ਜਾਰੀ ਕਰੋ, ਜਾਰੀ ਕਰੋ, ਜਾਰੀ ਕਰੋ। ਪੀਲੇ ਤੇ ਨੀਲੇ ਕਾਰਡ ਬੰਦ ਕਰਕੇ ਇੱਕ ਤਰ੍ਹਾਂ ਦਾ ਰਾਸ਼ਨ ਜਿੱਦਾਂ ਕਾਰਡ ਜਾਰੀ ਕਰੋ, ਜਾਰੀ ਕਰੋ। ਹਾਈ, ਮੇਰਾ ਨਾਮ ਨਿਕਿਤਾ ਆਜ਼ਾਦ ਹੈ ਅਤੇ ਮੈਂ ਵਜੂਦ ਆਰਗੇਨਾਈਜੇਸ਼ਨ ਨੂੰ ਰੈਪਰੈਜ਼ੈਂਟ ਕਰ ਰਹੀ ਹਾਂ। ਵਜੂਦ ਇੱਕ ਸੋਸ਼ਲ ਮੀਡੀਆ ਆਰਗੇਨਾਈਜੇਸ਼ਨ ਹੈ ਜਿਹਦੇ ਵਿੱਚ ਅਸੀਂ ਸੋਸ਼ਲ ਮੀਡੀਆ ਪਲੈਟਫਾਰਮਸ ਇੰਸਟਾਗ੍ਰਾਮ, ਟਵਿੱਟਰ, ਫੇਸਬੁੱਕ ਦੇ ਰਾਹੀਂ ਪੰਜਾਬੀ ਸਮਾਜਾਂ ਵਿੱਚ ਸੈਕਸ, ਜੈਂਡਰ ਅਤੇ ਸੈਕਸ਼ੁਅਲਿਟੀ, ਇਹਨਾਂ 3 ਮੁੱਦਿਆਂ 'ਤੇ ਅਵੇਅਰਨੈਸ ਜਨਰੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇਹੋ ਜਿਹਾ ਕੰਟੈਂਟ ਕ੍ਰੀਏਟ ਕਰ ਰਹੇ ਹਾਂ, ਲਾਈਵਜ਼ ਆਰਗੇਨਾਈਜ਼ ਕਰਾ ਰਹੇ ਹਾਂ ਜੋ ਇਹਨਾਂ 3 ਸਵਾਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਦੇ ਅੰਦਰ ਅਤੇ ਪੰਜਾਬੀ ਸਮਾਜਾਂ ਅੰਦਰ ਜਿਸ ਤਰ੍ਹਾਂ ਲਿੰਗ ਦੇ ਆਧਾਰ ਉੱਤੇ ਵਿਤਕਰਾ ਹੁੰਦਾ ਹੈ ਜਾਂ ਲਿੰਗ ਦੇ ਆਧਾਰ 'ਤੇ, ਸੈਕਸ਼ੁਅਲਿਟੀ ਦੇ ਆਧਾਰ 'ਤੇ ਅਤੇ ਜਿਸਮਾਨੀ ਅਤੇ ਸਮਾਜਿਕ ਲਿੰਗ ਦੇ ਆਧਾਰ 'ਤੇ ਜਿੰਨੇ ਵੀ ਤਰ੍ਹਾਂ ਦੇ ਮਿੱਥ ਘੜੇ ਗਏ ਨੇ, ਚਾਹੇ ਉਹ ਦੁਸ਼ੈਲੀ ਨਾਰਿਤਵ ਦੇ ਨੇ ਜਾਂ ਇੱਕ ਟੌਕਸਿਕ ਮੈਸਕੂਲਿਨਿਟੀ ਦੇ ਨੇ ਜਾਂ ਫੈਮਿਨਿਨਿਟੀ ਦੇ ਨੇ, ਉਹਨਾਂ ਨੂੰ ਅਸੀਂ ਸਵਾਲ ਕਰਦੇ ਹਾਂ ਅਤੇ ਆਪਣੇ ਪਲੈਟਫਾਰਮ ਦੇ ਰਾਹੀਂ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਪੰਜਾਬੀ ਕਮਿਊਨਿਟੀਜ਼ 'ਚ ਜੋ ਵਿਰੋਧ ਦੀਆਂ ਆਵਾਜ਼ਾਂ ਨੇ, ਜੋ ਵਿਰੋਧੀ ਸੁਰ ਨੇ, ਜੋ ਇਹਨਾਂ ਸਾਰੇ ਜੈਂਡਰ ਸਟੀਰੀਓਟਾਈਪਸ ਨੂੰ ਸਵਾਲ ਕਰ ਰਹੇ ਨੇ, ਉਹਨਾਂ ਨੂੰ ਇੱਕ ਪਲੈਟਫਾਰਮ ਦੇ ਸਕੀਏ ਅਤੇ ਇੱਕ ਇਹੋ ਜਿਹਾ ਸਮਾਜ ਬਣਾਉਣ ਵੱਲ ਵੱਧ ਸਕੀਏ ਜਿੱਥੇ ਜੈਂਡਰ ਐਕਸਪ੍ਰੈਸ਼ਨ ਲਿਮਿਟਡ ਨਹੀਂ ਹੋਵੇਗਾ, ਜਿੱਥੇ ਹਰ ਤਰ੍ਹਾਂ ਦੀ ਸੈਕਸ, ਸੈਕਸ਼ੁਅਲਿਟੀ ਅਤੇ ਜੈਂਡਰ ਵੈਲਿਡ ਹੈ। ਇਸ ਵਾਰ ਅਸੀਂ ਪਾਰਟੀਸੀਪੇਟ ਕਰ ਰਹੇ ਹਾਂ ਇਫ ਵੀ ਡੂ ਨਾਟ ਰਾਈਜ਼ ਕੈਂਪੇਨ ਵਿੱਚ। ਇਹ ਕੈਂਪੇਨ ਨੇਸ਼ਨ ਵਾਈਡ ਹੈ ਅਤੇ ਪੰਜਾਬੀ ਵਿੱਚ ਇਸ ਨੂੰ ਜੇਕਰ ਅਸੀਂ ਨਹੀਂ ਉੱਠੇ ਕਰਕੇ ਨਾਮ ਦਿੱਤਾ ਗਿਆ ਐਂਡ ਵੀ ਆਰ ਵੈਰੀ ਹੈਪੀ ਕਿ ਅਸੀਂ ਇਹਦੇ 'ਚ ਪਾਰਟੀਸੀਪੇਟ ਕਰ ਰਹੇ ਹਾਂ। ਇਹ ਕੈਂਪੇਨ ਪਿਛਲੇ ਕੁਝ ਸਾਲਾਂ 'ਚ ਸਟੇਟ ਵੱਲੋਂ ਅਤੇ ਸਾਡੇ ਸਮਾਜਾਂ ਵੱਲੋਂ ਵੀ, ਭਾਰਤੀ ਸਮਾਜਾਂ ਵੱਲੋਂ, ਸਾਊਥ ਏਸ਼ੀਅਨ ਸੁਸਾਇਟੀਜ਼ ਵੱਲੋਂ ਜਿਸ ਤਰ੍ਹਾਂ ਕੁਅਰ ਕਮਿਊਨਿਟੀ 'ਤੇ ਜਾਂ ਔਰਤਾਂ 'ਤੇ ਜੋ ਵਿਤਕਰਾ ਹੋ ਰਿਹਾ ਹੈ ਉਹਦੇ 'ਤੇ ਸਵਾਲ ਕਰਦੀ ਹੈ ਅਤੇ ਇਹ ਸਾਰਿਆਂ ਨੂੰ ਸਾਡੇ ਵੱਲੋਂ ਅਪੀਲ ਹੈ ਕਿ ਅਸੀਂ ਇਹਦੇ 'ਚ ਪਾਰਟੀਸੀਪੇਟ ਕਰੀਏ ਅਤੇ ਸਵਾਲ ਕਰੀਏ ਆਪਣੇ ਆਪ ਨੂੰ ਵੀ ਅਤੇ ਦੂਜਿਆਂ ਨੂੰ ਵੀ ਕਿ ਜੇਕਰ ਅਸੀਂ ਨਹੀਂ ਉੱਠੇ ਤਾਂ ਵਾਕਈ ਸਾਡਾ
ਸਾਡੀ ਕਮਿਊਨਿਟੀਜ਼ ਦਾ ਕੋਈ ਫਿਊਚਰ ਨਹੀਂ ਹੋਵੇਗਾ, ਸਾਡੇ ਬੱਚਿਆਂ ਲਈ, ਸਾਡੇ ਆਉਣ ਵਾਲੀ ਕਮਿਊਨਿਟੀਜ਼ ਲਈ ਕੋਈ ਵੀ ਫਿਊਚਰ ਨਹੀਂ ਬਚੇਗਾ। ਜੇਕਰ ਅਸੀਂ ਉੱਠੇ ਨਹੀਂ ਤਾਂ ਇਸ ਮੁਹਿੰਮ ਦੇ ਤਹਿਤ ਮੈਂ ਇਕਬਾਲ ਕੌਰ, ਕੋਆਰਡੀਨੇਟਰ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਅੰਮ੍ਰਿਤਸਰ ਤੋਂ, ਇਸ ਮੁਹਿੰਮ ਦੇ ਤਹਿਤ ਡੈਮੋਕ੍ਰੇਟਿਕ ਗਵਰਨਮੈਂਟ ਵਿੱਚ ਔਰਤਾਂ ਦੀ ਸ਼ਮੂਲੀਅਤ, ਮੈਂ ਇਸ ਮੁੱਦੇ ਤੇ ਗੱਲ ਕਰਨਾ ਚਾਹੁੰਦੀ ਹਾਂ। ਭਾਰਤ ਦਾ ਸੰਵਿਧਾਨ ਬਰਾਬਰ ਯੋਗਦਾਨ ਦਾ ਹਾਮੀ ਹੈ, ਜਦ ਕਿ ਵਰਤਮਾਨ ਪਾਰਲੀਮੈਂਟ ਵਿੱਚ 544 ਵਿੱਚੋਂ ਸਿਰਫ 78 ਔਰਤਾਂ, ਮਤਲਬ ਕਿ 14%, ਅਤੇ ਪੰਜਾਬ ਅਸੈਂਬਲੀ ਵਿੱਚ 117 ਵਿੱਚੋਂ ਸਿਰਫ 5 ਔਰਤਾਂ, ਮਤਲਬ ਕਿ 4.2%। ਔਰਤਾਂ ਦੀ ਮਹੱਤਤਾ ਕੀ ਹੈ? ਇਹ ਇੱਕ ਬਹੁਤ ਵੱਡਾ ਸਵਾਲ ਹੈ। 1952 ਤੋਂ ਲੈ ਕੇ ਹੁਣ ਤੱਕ, ਜਦੋਂ ਤੋਂ ਚੋਣ ਪ੍ਰਕਿਰਿਆ ਸ਼ੁਰੂ ਹੋਈ ਹੈ, ਅਧਿਕਾਰਤ ਰਾਜਨੀਤੀ ਦੇ ਉੱਚ ਅਹੁਦਿਆਂ 'ਤੇ ਔਰਤਾਂ ਦੀ ਸੰਖਿਆ ਬਹੁਤ ਘੱਟ ਹੈ। ਸਮਾਨਤਾ ਦੇ ਅਧਿਕਾਰ ਦੇ ਤਹਿਤ 1974-75 ਵਿੱਚ ਸਰਕਾਰ ਵੱਲੋਂ ਔਰਤਾਂ ਲਈ ਹਰ ਖੇਤਰ ਵਿੱਚ ਜਿੱਥੇ ਫੈਸਲਾ ਲਿਆ ਜਾਣਾ ਹੈ 33.3% ਰਾਖਵੇਂਕਰਨ ਦੀ ਸਿਫਾਰਿਸ਼ ਕੀਤੀ ਗਈ ਸੀ। ਪਰ ਇਹ ਰਾਖਵਾਂਕਰਨ ਕਿੱਥੇ ਹੈ? ਅਸੀਂ ਪੁੱਛਣਾ ਚਾਹੁੰਦੇ ਹਾਂ। ਰਾਜਨੀਤਿਕ ਪਾਰਟੀਆਂ ਵਿੱਚ, ਭਾਵੇਂ ਉਹ ਨੈਸ਼ਨਲ ਹੋਣ ਜਾਂ ਖੇਤਰੀ ਪਾਰਟੀਆਂ ਹੋਣ, ਸਿਰਫ ਆਪਣੇ ਪਰਿਵਾਰਕ ਮੈਂਬਰਾਂ ਜਾਂ ਉਹ ਮੈਂਬਰ ਜੋ ਉਹਨਾਂ ਦੇ ਚੰਗੇ ਮਾੜੇ ਕੰਮਾਂ ਵਿੱਚ ਸਾਥ ਦੇਣ, ਉਹਨਾਂ ਨੂੰ ਹੀ ਟਿਕਟ ਦਿੰਦੀਆਂ ਹਨ। ਸਾਡੀ ਮੰਗ ਹੈ ਕਿ ਰਾਜਨੀਤਿਕ ਪਾਰਟੀਆਂ ਵੱਲੋਂ ਅਸੈਂਬਲੀ ਅਤੇ ਪਾਰਲੀਮੈਂਟ ਚੋਣਾਂ ਵਿੱਚ ਸੀਟਾਂ ਲਈ 30 ਤੋਂ 50% ਟਿਕਟਾਂ ਔਰਤਾਂ ਨੂੰ ਦੇਣਾ ਲਾਜ਼ਮੀ ਬਣਾਇਆ ਜਾਏ ਅਤੇ ਪਾਰਟੀ ਆਪਣੇ ਮੈਨੀਫੈਸਟੋ ਵਿੱਚ ਦਰਜ ਕਰਨ ਕਿ ਉਹ ਔਰਤਾਂ ਨੂੰ ਜਾਣੂ ਕਰਵਾਉਣਗੇ, ਉਹਨਾਂ ਨਾਲ ਗੱਲਬਾਤ ਕਰਨਗੇ ਅਤੇ ਚੋਣ ਲੜਨ ਲਈ ਟਿਕਟ ਦੇਣਗੇ, ਤਾਂ ਜੋ ਔਰਤਾਂ ਰਾਜਨੀਤਿਕ ਅਤੇ ਇਕੋਨਮੀ ਦੀ ਸੂਝ-ਬੂਝ ਰੱਖਦੀਆਂ ਹਨ, ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਮਿਲ ਸਕੇ। ਧੰਨਵਾਦ। सत श्रीकाल जी, मेरा नाम काजल मंगलमुखी है जी। हाँ जी, मैं एक ट्रांसजेंडर एक्टिविस्ट हाँ और मैं चंडीगढ़ तो ट्रांसजेंडर वैलफेयर बोर्ड की मैंबर हाँ और मैं मंगलमुखी ट्रांसजेंडर वैलफेयर सुसाइटी के मैं प्रेसिडेंट हाँ। हाँ जी, साडे लोगों ने साडे समाज विच सानू बहुत ज़रूरी हैगा इक्वालिटी और मेन स्ट्रीम में लाना ज़रूरी हैगा और उहदे नाल साडा जो भी राइट्स हैगा जिहड़ा किन्नरां दे राइट्स हैगा, ट्रांसजेंडर दे राइट्स हैगा, उस विच जिहड़े एजुकेशन वास्ते और उसके नाल हैल्थ दे नाल स्पोर्ट्स खेलों के वास्ते भी सब दे वास्ते भी ऐसे किन्नरां नूं ट्रांसजेंडर नूं सामने लाना जरूरी हैगा और उसके नाल जिहड़ा है कि एक्सेप्टेंस बहुत इंपॉर्टेंट हैगा। हुण समाज विच एक्सेप्टेंस के नाल जिहड़ा समाज भी एक्सेप्ट करना चाहिए साडे वर्गी जो भी न्याणे होंदे हैं या दे नाल जिहड़े समाज जिहड़े हैं सोसाइटी वो भी एक्सेप्ट करना चाहिए। यही मेरा दो गल हैगी, असी उठना है सब मिल के, असी उठ के एकजुट होके असी लड़ना हैगा और आगे चलना हैगा, सब एकजुट होके इस जिहड़ा जंग हैगा उसमें असी जीत देंगे, असी जीत के दिखा। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਤਜਿੰਦਰ ਕੌਰ ਹੈ ਤੇ ਮੈਂ ਦੋ ਸ਼ਬਦਾਂ ਵਿੱਚ ਜ਼ਾਹਿਰ ਕਰਨਾ ਚਾਹੁੰਦੀ ਹਾਂ ਇਸ ਮੁਹਿੰਮ ਦੇ ਲਈ ਕੁਝ। ਅੱਜ ਅਸੀਂ ਨਹੀਂ ਉੱਠੇ ਤਾਂ ਇੱਕ ਆਵਾਜ਼ ਫਿਰ ਦਬ ਜਾਵੇਗੀ, ਆਵਾਜ਼ ਜੋ ਨਿਆਂ ਮੰਗਦੀ ਹੈ, ਆਵਾਜ਼ ਜੋ ਬੁਲੰਦ ਹੋਣ ਲਈ ਸਮਾਂ ਮੰਗਦੀ ਹੈ। ਅੱਜ ਅਸੀਂ ਨਹੀਂ ਉੱਠੇ ਤਾਂ ਉਹ ਕਿਸਾਨ ਫਿਰ ਆਪਣੀ ਫਸਲ ਦੇ ਭਾਰ ਹੇਠ ਦਬ ਜਾਵੇਗਾ। ਉਹ ਕਿਸਾਨ ਜੋ ਖਾਲੀ ਪੇਟ ਹੈ, ਉਹ ਕਿਸਾਨ ਜੋ ਦੂਰ ਚਲਦੇ ਹੱਲ ਦੇ ਹੇਠ ਹੈ। ਅੱਜ ਅਸੀਂ ਨਹੀਂ ਉੱਠੇ ਤਾਂ ਉਹ ਔਰਤ ਫਿਰ ਸੜ ਜਾਵੇਗੀ,
ਉਹ ਔਰਤ ਜਿਸ ਨੇ ਰੱਬ ਨੂੰ ਜਾਣਿਆ ਹੈ, ਉਹ ਔਰਤ ਜਿਸ ਨੂੰ ਗੁਰੂਆਂ ਨੇ ਰੱਬ ਤੋਂ ਵੀ ਉੱਪਰ ਮੰਨਿਆ ਹੈ। ਅੱਜ ਅਸੀਂ ਨਹੀਂ ਉੱਠੇ ਤਾਂ ਉਹ ਜਵਾਨੀ ਫਿਰ ਨਸ਼ਿਆਂ 'ਚ ਡੁੱਬ ਜਾਵੇਗੀ। ਉਹ ਜਵਾਨੀ ਜਿਸ ਦੇ ਸੁਪਨੇ ਹਲੇ ਪਲੇ ਹੀ ਨਹੀਂ, ਉਹ ਜਵਾਨੀ ਜਿਸ ਦੀ ਕੀਮਤ ਹਲੇ ਪਈ ਹੀ ਨਹੀਂ। ਅੱਜ ਅਸੀਂ ਨਹੀਂ ਉੱਠੇ ਤਾਂ